हेलो डियर स्टूडेंट्स, हाउ आर यू ऑल। मेरा नाम है संदीप सिंह ते मैं सरकारी मिडल स्कूल पंडोरी बाबा दास डिस्ट्रिक्ट ਹੁਸ਼ਿਆਰਪੁਰ ਵਿੱਚ बतौर ਸਾਇੰਸ ਮਾਸਟਰ ਸੇਵਾਵਾਂ ਨਿਭਾ ਰਿਹਾ ਹਾਂ। ਅੱਜ ਅਸੀਂ 9ਵੀਂ ਜਮਾਤ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਚੈਪਟਰ 6 ਜਿਸ ਦਾ ਨਾਮ ਹੈ ਟਿਸ਼ੂ ਬਾਰੇ ਗੱਲ ਕਰਾਂਗੇ। ਪਿਆਰੇ ਵਿਦਿਆਰਥੀਓ, ਪਿਛਲੇ ਅਧਿਆਏ ਅਤੇ ਕਲਾਸ 8ਵੀਂ ਵਿੱਚ ਤੁਸੀਂ ਸੈੱਲਾਂ ਬਾਰੇ ਪੜ੍ਹ ਕੇ ਆਏ ਹੋ। ਤੁਹਾਨੂੰ ਪਤਾ ਹੈ ਕਿ ਸੈੱਲ ਜੀਵਨ ਦੀ ਮੁੱਢਲੀ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਹੁੰਦੀ ਹੈ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਸਾਰੇ ਸਜੀਵ ਸੈੱਲਾਂ ਤੋਂ ਬਣੇ ਹੁੰਦੇ ਹਨ ਅਤੇ ਸਾਰੇ ਜੀਵ ਆਪਣਾ ਜੀਵਨ ਇੱਕ ਸੈੱਲ ਤੋਂ ਹੀ ਸ਼ੁਰੂ ਕਰਦੇ ਹਨ ਜਿਸ ਨੂੰ ਅਸੀਂ ਅੰਡਾ ਆਖਦੇ ਹਾਂ। ਸੈੱਲਾਂ ਦੀਆਂ ਕਿਸਮਾਂ ਦੇ ਆਧਾਰ ਤੇ ਅਸੀਂ ਜੀਵਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਸੀ, ਇੱਕ ਸੈਲੀ ਜੀਵ ਅਤੇ ਬਹੁ ਸੈਲੀ ਜੀਵ। ਇੱਕ ਸੈਲੀ ਜੀਵ ਦਾ ਮਤਲਬ ਹੈ ਇੱਕ ਸੈੱਲ ਤੋਂ ਬਣਿਆ ਜੀਵ, ਜਿਵੇਂ ਕਿ ਐਮੀਬਾ। ਇੱਕ ਸੈਲੀ ਜੀਵਾਂ ਵਿੱਚ ਇੱਕ ਹੀ ਸੈੱਲ ਜੀਵਨ ਦੀਆਂ ਸਾਰੀਆਂ ਕਿਰਿਆਵਾਂ ਕਰਦਾ ਹੈ। ਫॉर एग्जाम्पल ਅਮੀਬਾ ਵਿੱਚ ਇੱਕ ਹੀ ਸੈੱਲ ਗਤੀ ਕਰਨ ਵਿੱਚ, ਭੋਜਨ ਗ੍ਰਹਿਣ ਕਰਨ ਵਿੱਚ, ਗੈਸਾਂ ਦਾ ਆਦਾਨ ਪ੍ਰਦਾਨ ਤੇ ਮਲ ਤਿਆਗ ਕਿਰਿਆ ਕਰਦਾ ਹੈ। ਪਰੰਤੂ ਬਹੁਤ ਸੈਲੀ ਜੀਵਾਂ ਵਿੱਚ ਕਰੋੜਾਂ ਸੈੱਲ ਹੁੰਦੇ ਹਨ। ਇਹਨਾਂ ਵਿੱਚ ਬਹੁਤੇ ਸੈੱਲ ਕੁਝ ਖਾਸ ਕੰਮ ਕਰਦੇ ਹਨ। ਹਰ ਇੱਕ ਖਾਸ ਕੰਮ ਨੂੰ ਨੇਪਰੇ ਚਾੜਨ ਲਈ ਸੈੱਲਾਂ ਦਾ ਇੱਕ ਖਾਸ ਸਮੂਹ ਕੰਮ ਕਰਦਾ ਹੈ। ਉਦਾਹਰਨ ਦੇ ਤੌਰ ਤੇ ਮਨੁੱਖਾਂ ਵਿੱਚ ਪੱਠਿਆਂ ਦੇ ਸੈੱਲ ਗਤੀ ਕਰਨ ਲਈ ਸੁੰਗੜਨ ਅਤੇ ਫੈਲਣ ਦਾ ਕੰਮ ਕਰਦੇ ਹਨ। ਇਸੇ ਤਰ੍ਹਾਂ ਨਾੜੀ ਸੈੱਲ, ਜਿਸ ਬਾਰੇ ਤੁਸੀਂ 8ਵੀਂ ਕਲਾਸ ਵਿੱਚ ਵੀ ਪੜ੍ਹਿਆ ਸੀ, ਸੰਦੇਸ਼ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸੇ ਤਰ੍ਹਾਂ ਪਿਆਰੇ ਵਿਦਿਆਰਥੀਓ, ਪੌਦਿਆਂ ਵਿੱਚ ਵੀ ਵਹਿਣੀ ਟਿਸ਼ੂ ਹੁੰਦੇ ਹਨ, ਮੀਨਸ ਕੰਡਕਟਿੰਗ ਟਿਸ਼ੂ ਹੁੰਦੇ ਹਨ, ਜੋ ਪੌਦੇ ਦੇ ਵੱਖ-ਵੱਖ ਭਾਗਾਂ ਵਿੱਚ ਪਾਣੀ ਅਤੇ ਖਣਿਜ ਪਹੁੰਚਾਉਣ ਦਾ ਕੰਮ ਕਰਦੇ ਹਨ। ਮੇਰਾ ਕਹਿਣ ਦਾ ਮਤਲਬ ਹੈ ਜ਼ਾਈਲਮ ਅਤੇ ਫਿਲੋਮ ਟਿਸ਼ੂਜ਼। ਤੁਸੀਂ ਇਹ 8ਵੀਂ ਕਲਾਸ ਵਿੱਚ ਵੀ ਪੜ੍ਹ ਕੇ ਆਏ ਹੋ। ਸੋ ਅਸੀਂ ਕਹਿ ਸਕਦੇ ਹਾਂ ਕਿ ਸੈੱਲਾਂ ਦੇ ਸਮੂਹ ਜੰਤੂਆਂ ਅਤੇ ਪੌਦਿਆਂ ਵਿੱਚ ਵੱਖ-ਵੱਖ ਕੰਮ ਕਰਦੇ ਹਨ। ਸੋ ਸੈੱਲਾਂ ਦੇ ਇਹ ਖਾਸ ਸਮੂਹ ਕੀ ਹਨ? ਅਸਲ ਵਿੱਚ ਅਸੀਂ ਇਹਨਾਂ ਨੂੰ ਟਿਸ਼ੂ ਆਖਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਸਾਡਾ ਚੈਪਟਰ ਹੈ ਟਿਸ਼ੂ। ਸੋ ਅਸੀਂ ਇਸ ਚੈਪਟਰ ਵਿੱਚ ਟਿਸ਼ੂ ਦੀ ਪਰਿਭਾਸ਼ਾ, ਟਿਸ਼ੂ ਦੀਆਂ ਕਿਸਮਾਂ ਮੀਨਸ ਪਲਾਂਟ ਟਿਸ਼ੂ ਅਤੇ ਐਨੀਮਲ ਟਿਸ਼ੂ ਬਾਰੇ ਪੜਾਂਗੇ। ਉਸ ਤੋਂ ਬਾਅਦ ਪਲਾਂਟ ਟਿਸ਼ੂ ਦੀਆਂ ਕਿਸਮਾਂ ਅਤੇ ਉਹਨਾਂ ਦੇ ਕਾਰਜਾਂ ਬਾਰੇ ਪੜਾਂਗੇ ਤੇ ਆਖਿਰ ਵਿੱਚ ਅਸੀਂ ਐਨੀਮਲ ਟਿਸ਼ੂ ਮੀਨਸ ਜੰਤੂ ਟਿਸ਼ੂ ਦੀਆਂ ਕਿਸਮਾਂ ਅਤੇ ਉਹਨਾਂ ਦੇ ਕਾਰਜਾਂ ਬਾਰੇ ਇਸ ਚੈਪਟਰ ਵਿੱਚ ਪੜਾਂਗੇ। ਵਿਦਿਆਰਥੀਓ, ਆਓ ਅਸੀਂ ਚੈਪਟਰ ਸ਼ੁਰੂ ਕਰਦੇ ਹਾਂ। ਇਸ ਵਿੱਚ ਪਹਿਲਾ ਟੌਪਿਕ ਹੈ ਟਿਸ਼ੂ ਦੀ ਪਰਿਭਾਸ਼ਾ। ਪਿਆਰੇ ਵਿਦਿਆਰਥੀਓ, ਟਿਸ਼ੂ ਇੱਕ ਤਰ੍ਹਾਂ ਦੇ ਸੈੱਲਾਂ ਦੇ ਸਮੂਹ ਤੋਂ ਬਣਦੇ ਹਨ ਜੋ ਇੱਕ ਖਾਸ ਕੰਮ ਕਰਦੇ ਹਨ। Means tissue is a group of similar cells to perform a specific function। ਪਿਆਰੇ ਵਿਦਿਆਰਥੀਓ, ਬਹੁਤ ਸਾਰੇ ਪੌਦੇ ਅਤੇ ਜੰਤੂ ਟਿਸ਼ੂ ਸਿਸਟਮ ਸ਼ੋ ਕਰਦੇ ਹਨ। ਆਓ ਇਹਨਾਂ ਦੀ ਬਣਤਰ ਅਤੇ ਕਾਰਜਾਂ ਬਾਰੇ ਜਾਣੀਏ। ਵਿਦਿਆਰਥੀਓ, ਤੁਹਾਨੂੰ ਪਤਾ ਹੈ ਕਿ ਪੌਦੇ ਇੱਕ ਥਾਂ ਤੋਂ ਦੂਸਰੀ ਥਾਂ ਗਤੀ ਨਹੀਂ ਕਰ ਸਕਦੇ। ਇਸ ਦਾ ਮਤਲਬ ਹੈ ਕਿ ਪੌਦਿਆਂ ਵਿੱਚ ਬਹੁਤ ਸਾਰੇ ਟਿਸ਼ੂ ਉਹਨਾਂ ਨੂੰ ਮਜ਼ਬੂਤੀ ਅਤੇ ਤਾਕਤ ਪ੍ਰਦਾਨ ਕਰਦੇ ਹਨ। ਤੁਸੀਂ ਪੌਦਿਆਂ ਦੀ ਬਾਹਰ ਵਾਲੀ ਪਰਤ ਵੀ ਦੇਖੀ ਹੋਵੇਗੀ ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੀ ਹੈ। ਇਹ ਅਸਲ ਵਿੱਚ ਡੈਡ ਸੈੱਲ ਹੁੰਦੇ ਹਨ। ਇਹ ਵੀ ਜੀਵਤ ਸੈੱਲਾਂ ਵਾਂਗ ਹੀ ਪੌਦਿਆਂ ਨੂੰ ਉਨੀ ਹੀ ਮਜ਼ਬੂਤੀ ਪ੍ਰਦਾਨ ਕਰਦੇ ਹਨ। ਦੂਸਰੇ ਪਾਸੇ ਜੰਤੂ ਭੋਜਨ ਦੀ ਤਲਾਸ਼ ਲਈ ਇੱਕ ਥਾਂ ਤੋਂ ਦੂਸਰੀ ਥਾਂ ਇੱਧਰ ਉੱਧਰ ਘੁੰਮਦੇ ਰਹਿੰਦੇ ਹਨ। ਇਸ ਤੋਂ ਭਾਵ ਇਹਨਾਂ ਨੂੰ ਪੌਦਿਆਂ ਦੇ ਮੁਕਾਬਲੇ ਊਰਜਾ ਦੀ ਜ਼ਿਆਦਾ ਲੋੜ ਹੁੰਦੀ ਹੈ। ਅਤੇ ਪਿਆਰੇ ਵਿਦਿਆਰਥੀਓ, ਜੰਤੂਆਂ ਵਿੱਚ ਜ਼ਿਆਦਾਤਰ ਟਿਸ਼ੂ ਜੀਵਿਤ ਹੁੰਦੇ ਹਨ। ਜੇਕਰ ਅਸੀਂ ਵਾਧੇ ਦੇ ਆਧਾਰ ਤੇ ਇਹਨਾਂ ਵਿੱਚ ਅੰਤਰ ਸਪਸ਼ਟ ਕਰੀਏ ਤਾਂ ਪੌਦਿਆਂ ਵਿੱਚ ਵਾਧਾ ਇੱਕ ਢੁਕਵੇਂ ਵਾਤਾਵਰਣ ਅਤੇ ਖਾਸ ਥਾਵਾਂ ਤੇ ਹੁੰਦਾ ਹੈ, ਜਦੋਂ ਕਿ ਜੰਤੂਆਂ ਵਿੱਚ ਇਸ ਤਰ੍ਹਾਂ ਦੀ ਲੋੜ ਨਹੀਂ ਹੁੰਦੀ। ਵਿਦਿਆਰਥੀਓ, ਇੱਕ ਵਾਰ ਫਿਰ ਪੌਦਾ ਟਿਸ਼ੂ ਅਤੇ ਜੰਤੂ ਟਿਸ਼ੂ ਦੇ ਵਿਚਕਾਰ ਕੰਪੈਰੀਜ਼ਨ ਕਰਦੇ ਆ, ਕੀ ਡਿਫਰੈਂਸ ਹੈਗੇ ਇਹਨਾਂ ਦੇ।
तो सब तो पहला जो ਅਸੀਂ ਵਾਧੇ ਦੇ ਆਧਾਰ ਤੇ ਗੱਲ ਕਰੀਏ ਤੇ ਪੌਦਾ ਟਿਸ਼ੂ ਜੋ ਨੇ ਇਹ ਸਾਰੀ ਉਮਰ ਵਾਧੇ ਨੇ। ਠੀਕ ਹੈ ਬੱਚੇ, ਇਹਨਾਂ ਦਾ ਵਾਧਾ ਜੋ ਹੈ ਉਹ ਕੀ ਆ, ਸਾਰੀ ਉਮਰ ਹੁੰਦਾ ਹੈ, ਸਾਰੀ ਉਮਰ ਵਾਧਾ ਹੁੰਦਾ ਹੈ। ਠੀਕ ਹੈ, ਕਾਹਦੇ ਕਰਕੇ ਹੁੰਦਾ, ਇਹ ਅਸਥਾਈ ਟਿਸ਼ੂਜ਼ ਕਰਕੇ ਹੁੰਦਾ, ਜਿਹਦੇ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ। ਔਰ ਜੇਕਰ ਅਸੀਂ ਜੰਤੂ ਟਿਸ਼ੂ ਦੀ ਗੱਲ ਕਰਦੇ ਹਾਂ ਤੇ ਜੰਤੂ ਟਿਸ਼ੂ ਦਾ ਵਾਧਾ ਜੋ ਹੈ ਇੱਕ ਸੀਮਿਤ ਉਮਰ ਤੱਕ ਹੁੰਦਾ ਹੈ। ਠੀਕ ਹੈ, ਕਿ ਜੰਤੂ ਟਿਸ਼ੂ ਦਾ ਇਹਨਾਂ ਟਿਸ਼ੂਆਂ ਦਾ ਵਾਧਾ ਇੱਕ ਸੀਮਿਤ ਉਮਰ ਜਾਂ ਸਮੇਂ ਤੱਕ ਹੁੰਦਾ ਹੈ। ਬੱਚਿਓ ਨੋਟ ਕਰੋ, ਫਸਟ ਪੁਆਇੰਟ ਹੈ। ਠੀਕ ਹੈ, ਮੀਨਸ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਕੀ ਆ, ਅਨਲਿਮਿਟਿਡ ਗਰੋਥ ਹੁੰਦੀ ਆ, ਇਹਨਾਂ ਦੀ ਅਨਲਿਮਿਟਿਡ ਗਰੋਥ ਹੈ। ਮੀਨਸ ਇਹ ਹਮੇਸ਼ਾ ਵਧਦੇ ਰਹਿੰਦੇ ਨੇ, ਕਦੇ ਕਰਕੇ ਡਿਊ ਟੂ ਦੀ ਮੈਰਿਸਟੋਮੈਟਿਕ ਟਿਸ਼ੂਜ਼, ਜਿਹਦੇ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ। ਔਰ ਇਹਨਾਂ ਦਾ ਵਾਧਾ ਜੋ ਹੈ ਉਹ ਕੀ ਆ, ਲਿਮਿਟਿਡ ਹੋ ਗਿਆ। ਠੀਕ ਹੈ, ਲਿਮਿਟਿਡ ਗਰੋਥ, ਸਿੰਪਲ ਲੈਂਗੁਏਜ ਚ ਗੱਲ ਕਰੀਏ ਤਾਂ ਇਹ ਕੀ ਆ, ਲਿਮਿਟਿਡ ਗਰੋਥ ਹੁੰਦੀ ਇਹਨਾਂ ਦੀ। ਠੀਕ ਹੈ, ਔਰ ਦੂਸਰੀ ਸਾਈਡ ਤੇ ਜੇ ਅਸੀਂ ਸੈਕੰਡ ਡਿਫਰੈਂਸ ਦੀ ਗੱਲ ਕਰਦੇ ਹਾਂ ਤੇ ਸੈਕੰਡ ਡਿਫਰੈਂਸ ਕੀ ਆ, ਪੌਦਾ ਟਿਸ਼ੂ ਜ਼ਿਆਦਾਤਰ ਕੀ ਹੁੰਦੇ ਨੇ, ਮ੍ਰਿਤਿਕ ਸੈਲਸ ਹੁੰਦੇ ਨੇ। ਠੀਕ ਹੈ, ਮ੍ਰਿਤਿਕ ਸੈਲ। ਠੀਕ ਹੈ ਜੀ, तो मृतिक सेल मीन्स दीज आर डेड सेल्स, ये ज्यादातर की होंगे ने डेड सेल्स होंगे ने। और दूसरी साइड ते जो जंतु टिश्यू होंगे आ ये ज्यादातर की आ जीवित, मीन्स इन्हां नूं असीं की कहांगे लिविंग सैल्स होंगे ने। ठीक है, उस तो बाद विच थर्ड जो है इन्हां दा डिफरेंस है, थर्ड डिफरेंस की आएगा कि ये अपना भोजन आप बना सकते हैं, मतलब ये स्वै पोषी हुंदे हन। क्यों हुंदे हन? क्योंकि इन्हां दे विच एक खास तरह के पिगमेंट हुंदे ने जिन्हां नूं असीं क्लोरोफिल आखदे हन। ठीक है, क्लोरोफिल की प्रेजेंस करके जो पौधा टिश्यूज ने वो अपना भोजन आप बना सकते, इस करके ये की हो गए स्वैपोषी। ठीक, और दूसरी साइड ते जे जंतु टिश्यू की गल करते हैं तो जंतु टिश्यू बच्चे होंगे ने परपोषी, मतलब ये दूसरे ते निर्भर करते हैं। ठीक है, तो इन्हां नूं असीं की कहते हैं फिर हेट्रोट्रॉपिक, हेट्रोट्रॉपिक। और ये की हो गए ऑटोट्रॉपिक, ऑटोट्रॉपिक। ठीक है जी, तो थर्ड डिफरेंस इन्हां दे विच नोट करो। फोर्थ डिफरेंस जो है बहुत इंपॉर्टेंट है, ये डिफरेंस किया कि पौधे, क्योंकि पौधे एक जगह तो दूसरी जगह ते नहीं जा सकते, इसका मतलब है ये टिश्यू भी जो ने उन्हां दे विच किया मोबिलिटी नहीं होंदी है। ठीक है, मतलब ये किया पौधा टिश्यू चल फिर नहीं सकते। ठीक है, तो दूसरी साइड ते इन्हां दे विच बच्चे किया जो जंतु टिश्यू है, क्योंकि जंतु एक जगह तो दूसरी जगह जा सकते हैं, ਇਹਦਾ मतलब ਇਹ की लोकोमोशन शो करते हैं। तो जंतु टिश्यू चल फिर सकते हैं। क्योंकि प्यारे विद्यार्थियों पौधा सैल दे विच चलन फिरन दी समर्था नहीं हुंदी, मीनस ये इमोबाइल, इन्हां दी इमोबाइल एग्जिस्टेंस हुंदी है। ठीक है, जिहदे करके अगला डिफरेंस की आएगा कि इन्हां नूं घट ऊर्जा दी लोड़ हुंदी है। ठीक है, इत्थे की लिखोगे तुसीं, घट ऊर्जा दी लोड़ हुंदी है। ते दूसरी साइड ते इन्हां दे विच एक्टिव लोकोमोटिव एग्जिस्टेंस नूं किया ज्यादा एनर्जी दी लोड़ पैंदी है, मतलब इत्थे असीं की कहांगे ज्यादा ऊर्जा दी लोड़ हुंदी है।
ਸੋ ਬੱਚਿਓ ਇਸ ਦਾ ਮਤਲਬ ਇਹ ਹੋਇਆ ਕਿ ਕਾਰਜ ਅਤੇ ਬਣਤਰ ਦੇ ਆਧਾਰ ਤੇ ਇਸ ਦਾ मतलब है कि ਕਾਰਜ ਅਤੇ ਬਣਤਰ ਦੇ ਆਧਾਰ ਤੇ ਟਿਸ਼ੂਜ਼ ਵੱਖ-ਵੱਖ ਕਿਸਮਾਂ ਦੇ ਹੁੰਦੇ ਹਨ। ठीक है जी। तो ਕਿਹੜੀਆਂ ਕਿਸਮਾਂ ਨੇ ਬੱਚੇ, ਆਓ ਇਹਨਾਂ ਨੂੰ ਡਿਟੇਲ ਵਿੱਚ ਪੜ੍ਹਦੇ ਹਾਂ। ਸੋ ਆਓ ਅਸੀਂ ਹੁਣ ਪੌਦਾ ਟਿਸ਼ੂ ਬਾਰੇ ਡਿਟੇਲ ਵਿੱਚ ਪੜ੍ਹਦੇ ਹਾਂ। ਪੌਦਾ ਟਿਸ਼ੂ, ਇੱਕ ਵਾਰ ਫਿਰ ਅਸੀਂ ਟਿਸ਼ੂ ਦੀ ਡੈਫੀਨੇਸ਼ਨ ਕਰਦੇ ਹਾਂ ਕਿ what are tissues। ਟਿਸ਼ੂ ਕੀ ਆ? ਟਿਸ਼ੂ ਸੈੱਲਾਂ ਦੇ ਸਮੂਹ ਤੋਂ ਬਣਦੇ ਹਨ, ਜਾਂ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਆਖਦੇ ਹਨ, ਜੋ ਕਿ ਇੱਕ ਖਾਸ ਕਾਰਜ ਕਰਦੇ ਹਨ। ਇੰਗਲਿਸ਼ ਵਿੱਚ ਅਗਰ ਤੁਸੀਂ ਲਿਖਣਾ ਹੋਵੇ ਕਿੱਦਾਂ ਲਿਖੋਗੇ ਕਿ a tissue is a group of similar cells which perform ਜਾਂ to perform, ਸਿੱਧਾ ਲਿਖ ਲਓ, to perform a specific function। ਠੀਕ ਹੈ, ਉਹਨਾਂ ਨੂੰ ਕੀ ਆਖਦੇ ਆ? ਟਿਸ਼ੂਜ਼ ਆਖਦੇ ਹਨ। ਤੇ ਪਿਆਰੇ ਵਿਦਿਆਰਥੀਓ, ਇਹ ਟਿਸ਼ੂ ਇੱਕ ਖਾਸ ਕੰਮ ਕਰਦੇ ਹਨ। ਇਸ ਦਾ ਮਤਲਬ ਕੀ ਹੈ ਕਿ ਇਹ ਇੱਕ ਆਰਗਨ ਬਣਾਉਂਦੇ ਹਨ, ਜਿਵੇਂ ਕਿ ਸਾਡੀ ਜੀਵ ਦੇ ਵਿੱਚ ਐਪੀਲੀਥੀਅਲ ਸੈੱਲ ਹੁੰਦੇ ਹਨ, ਇਸੇ ਤਰ੍ਹਾਂ ਨਾੜੀ ਸੈੱਲ, ਮਸਲ ਸੈਲਸ। ਤੇ ਪਿਆਰੇ ਵਿਦਿਆਰਥੀਓ, ਇਹ ਆਰਗਨ ਮਿਲ ਕੇ ਫਿਰ ਇੱਕ ਖਾਸ ਤਰ੍ਹਾਂ ਦੀ ਜੀਵ ਕਿਰਿਆ ਕਰਦੇ ਹਨ, ਤੇ ਉਸ ਨੂੰ ਅਸੀਂ ਆਰਗਨ ਸਿਸਟਮ ਆਖਦੇ ਹਾਂ, ਜਿਵੇਂ ਕਿ ਡਾਈਜੈਸਟਿਵ ਸਿਸਟਮ ਮੀਨਸ ਪਾਚਨ ਪ੍ਰਣਾਲੀ, ਤੇ ਇਹ ਆਰਗਨ ਸਿਸਟਮ ਮਿਲ ਕੇ ਇੱਕ ਆਰਗੇਨਿਜ਼ਮ ਬਣਾਉਂਦੇ ਹਨ। ਸੋ ਸਭ ਤੋਂ ਮੁੱਢਲੀ ਇਕਾਈ ਕੀ ਹੋਈ? ਸੈੱਲ। ਸੈੱਲਾਂ ਤੋਂ ਮਿਲ ਕੇ ਕੀ ਬਣਦੇ ਆ? ਟਿਸ਼ੂ ਤੋਂ ਮਿਲ ਕੇ ਕੀ ਬਣਦੇ? ਆਰਗਨ ਤੋਂ ਮਿਲ ਕੇ ਕੀ ਬਣਦਾ? ਆਰਗਨ ਸਿਸਟਮ। ਤੇ ਆਰਗਨ ਸਿਸਟਮ ਕੀ ਬਣਾਉਂਦਾ ਹੈ? ਆਰਗੇਨਿਜ਼ਮ। ਜੇਕਰ ਅਸੀਂ ਸੈੱਲਾਂ ਦੀ ਵੰਡ ਦੀ ਸਮਰੱਥਾ ਦੇ ਆਧਾਰ ਤੇ ਪੌਦਾ ਟਿਸ਼ੂਜ਼ ਨੂੰ ਵੰਡੀਏ ਤਾਂ ਇਹ ਪਿਆਰੇ ਵਿਦਿਆਰਥੀਓ, ਇਹਨਾਂ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ। ਠੀਕ ਹੈ, ਸੈੱਲਾਂ ਦੀ ਵੰਡ ਦੇ ਆਧਾਰ ਤੇ ਪੌਦਾ ਟਿਸ਼ੂਆਂ ਨੂੰ ਜਾਂ ਪੌਦਾ ਟਿਸ਼ੂ ਨੂੰ ਅਸੀਂ ਦੋ ਮੁੱਖ ਭਾਗਾਂ ਵਿੱਚ ਵੰਡਦੇ ਹਾਂ। ਪਿਆਰੇ ਵਿਦਿਆਰਥੀਓ, ਨੋਟ ਕਰੋ ਕਿਹੜੇ ਨੇ। ਸਭ ਤੋਂ ਪਹਿਲਾਂ ਅਸਥਾਈ ਟਿਸ਼ੂ ਔਰ ਦੂਸਰੇ ਹੁੰਦੇ ਨੇ ਸਥਾਈ ਟਿਸ਼ੂ। ਦੂਸਰੇ ਕੀ ਨੇ? ਸਥਾਈ ਟਿਸ਼ੂਜ਼। ਨੋਟ ਕਰੋ ਬੱਚਿਓ ਕਿ ਸੈੱਲਾਂ ਦੀ ਵੰਡ ਦੇ ਆਧਾਰ ਤੇ ਪੌਦਾ ਟਿਸ਼ੂਜ਼ ਨੂੰ ਅਸੀਂ ਦੋ ਮੁੱਖ ਭਾਗਾਂ ਵਿੱਚ ਵੰਡਦੇ ਹਾਂ। ਕਿਹੜੇ? ਅਸਥਾਈ ਟਿਸ਼ੂ ਅਤੇ ਸਥਾਈ ਟਿਸ਼ੂ। ਬੱਚਿਓ, ਅਸਥਾਈ ਟਿਸ਼ੂ ਨੂੰ ਕੀ ਆਖਦੇ ਹਨ? ਮਰਿਸਟੇਮੈਟਿਕ। ਨੋਟ ਕਰੋ। ਤੇ ਸਥਾਈ ਟਿਸ਼ੂ ਨੂੰ ਅਸੀਂ ਕੀ ਆਖਦੇ ਹਾਂ? ਸਾਈ ਦਾ ਨਾਮ ਦੇਖੋ, ਇਹ ਕੀ ਆ? ਪਰਮਾਨੈਂਟ ਟਿਸ਼ੂਜ਼। ਇੱਥੇ ਵੀ ਟਿਸ਼ੂ ਲਿਖ ਲਓ। ਠੀਕ ਹੈ, ਸੋ ਕਿੰਨੇ ਭਾਗਾਂ 'ਚ ਵੰਡਿਆ? ਦੋ ਭਾਗਾਂ ਵਿੱਚ। ਕਿਹੜੇ? ਅਸਥਾਈ ਟਿਸ਼ੂ ਤੇ ਦੂਸਰਾ ਕਿਹੜਾ ਹੋ ਗਿਆ? ਸਥਾਈ ਟਿਸ਼ੂ।
ठीक है। हुण असीं अस्थाई टिशू दे बारे डिटेल विच पढ़ांगे। किहदे बारे? अस्थाई टिशू दी डिटेल बारे इस वीडियो दे विच पढ़ांगे। एक गल होर है तुहानूं दसणी चाहुंदे आ कि जो टिशूज दी स्टडी असीं करदे आ ये बेसिकली की आ एक जीव विज्ञान दी एक ब्रांच है, ठीक है, एक शाखा है जिसनूं असीं हिस्टोलॉजी आखदे आ। की आखदे आ? हिस्टोलॉजी। तो बेसिकली हिस्टोलॉजी दा मतलब की हुंदा? देखो, हिस्टोलॉजी, हिस्ट दा मतलब हुंदा हिस्टो, वर्ड दो पार्ट्स दे विच इहनूं ब्रेक करदे आ असीं। हिस्टो दा मतलब एक ग्रीक वर्ड है, इहदा मतलब हुंदा वैब। इहदा मतलब की वैब, वैब मतलब जाल, जां फिर असीं कह सकदे आ टिशू, ठीक है। तो इहनूं हिस्टोलॉजी कहंदे आ, ये याद रखियो। आओ इहदी डेफिनेशन लिखदे आ हिस्टोलॉजी दी कि जीव विज्ञान दी ओ शाखा जिस विच असीं टिशूआं बारे पढ़दे हां, उसनूं की आखदे हन? हिस्टोलॉजी आखदे हन, ठीक है। हिस्टोलॉजी आखदे हन मीन्स कि दिस इज द ब्रांच ऑफ बायोलॉजी which deals with the study of tissues is known as histology, ठीक है जी। सो इनू भी बच्चे नोट कर लो, एडिशनल है तुहाडे लई, पर तुहाडे लई जानना जिहड़ा है वो बहुत जरूरी है, ठीक है। प्यारे विद्यार्थियों, असीं हुण मेरिस्टेमेटिक टिशू बारे डिटेल विच पढ़दे आ, मीनस अस्थाई टिशू बारे। नोट करो, अस्थाई टिशू, ठीक है। इनू इंग्लिश विच की कहंदे ने? मेरिस्टेमेटिक टिश्यूज। इनू असीं मैरिस्टेम भी कहंदे आ, मैरिस्टेम भी आखदे आ। प्यारे विद्यार्थियों, मेरिस्टेमेटिक वर्ड ग्रीक वर्ड तो लिया गया है, मीन्स मरिस्टोस, जिसका मतलब हुंदा है डिविजिबल। की मतलब हुंदा इहदा? डिविजिबल। इहदा मतलब की आ कि ये टिशू मल्टीप्लाई होके, ठीक है, ये ना टिशूआं दे विच एक खास गुण हुंदा कि ये मल्टीप्लाई होके नवे सैलां दा निर्माण करते हैं, ठीक है बच्चे। ये टिशू मल्टीप्लाई होके नवे सैलां दा निर्माण करते हैं, जिस करके इन्हां नूं बच्चे की आखदे हन? इस करके इन्हां नूं इत्थे लिख लो, इस करके इन्हां नूं वाधा टिशू भी आखदे हन। की आखदे हन? वाधा टिशू, ठीक है बच्चों। की आखदे हन? वाधा टिशू। नोट करो इनू। हुण जे असीं इन्हां दी गल करिए कि ये पौधे दे किहड़े भाग विच पाए जांदे हन, तो बच्चों इस गल नूं भी नोट करो कि ज्यादातर ये पौधियां दी, बहुत इंपॉर्टेंट गल है कि ये पौधियां दी हरेक वाधे वाली थां ते पाए जांदे हन। बच्चों नोट करो, ये पौधियां दी हरेक वाधे वाली थां ते पाए जांदे हन। हुण वाधे वालियां जगह है किहड़ियां बच्चे? किहड़ियां जगह ने? नोट करो, ये भी किहड़ियां ने, की तुसीं दस सकदे हो? ओके बच्चे, मैं दसदा किहड़ियां जगह ने। जड़ा तुहानूं पता जड़ा दा वाधा हुंदा है, ठीक है। जड़ा विच पहला पॉइंट नोट करो, जड़ा विच
फिर उस तो बाद तने विच ते टाहणियां दे सिखर ते। किथे? सिखर ते, क्योंकि टाहणियां ने किया सिखर तो वधना हुंदा है, तो उस पोर्शन दे विच ये किया ये टिश्यूज पाए जाते हैं। अगर बच्चे तुसी इंग्लिश मीडियम रखा है तो तुसी किद्दां लिखोगे? दे आर फाउंड एट ऑल growing points of plant। केड़े हो गए? such as नोट करो बच्चे, टिप्स ऑफ की रूट्स, स्टेम एंड ब्रांचेस ठीक है। सो प्यारे विद्यार्थियों, ये सी अस्थाई टिश्यू दी डेफिनेशन, मीन से किथे पाए जाते हैं। इस टॉपिक नू अगे वधाउंदे होए असीं हुण ये जानना है कि की अस्थाई टिश्यूआं दियां भी कोई किस्मां हुंदियां हन। आओ इन्हां बारे पढ़दे हां। जी हाँ बच्चों, अस्थाई टिश्यू भी फर्दर 3 तरह के हुंदे हन। इन्हां नूं असीं 3 मुख भागां दे विच वंडदे हां। आओ इन्हां बारे पढ़दे हां। प्यारे विद्यार्थियों, जिवें कि तुहानूं मैं पहला भी दस के हटिया कि जो अस्थाई टिश्यू ने ये पौधों की हरेक वाधे वाली थां ते पाए जाते हैं। सो आओ हुण असीं इसनूं कंटिन्यू करते हुए इन्हां दियां किस्मां बारे पढ़दे हां। अस्थाई टिश्यूआं दियां किस्मां, ठीक है। अस्थाई टिश्यूआं दियां किस्मां, अस्थाई टिश्यूआं दियां किस्मां, ठीक है। की है? अस्थाई टिश्यूआं दियां किस्मां। असीं इधर लिख लैने आ किस्मां, ठीक है। आओ बच्चों इन्हां दियां किस्मां बारे पढ़दे हां कि पौधों विच इन्हां दी थां, वाधे वाली थां, जिथे इन्हां दा वाधा हुंदा है, उस थां दे आधार ते असीं इन्हां नूं 3 मुख भागां विच वंडदे हां। ये नोट करो बच्चे, 3 मुख भागां दे विच वंडदे हां। वो किहड़ियां किस्मां ने, उन्हां नूं हुण असीं करदे हां। आओ बच्चों, 3 मुख भाग किहड़े ने? तो सब तो पहला बच्चे जो पहला भाग है इनू कहते हैं एपिकल। नोट करो की है? एपिकल। ते जां फिर इनू असीं सिखरी भी आखदे हां। की आखदे हां? सिखरी टिश्यूज, ठीक है। और इंग्लिश वाले बच्चे, इंग्लिश मीडियम वाले, वो की लिखणगे इनू? एपिकल मेरिस्टेम, ठीक है। नोट करो, फर्स्ट की है एपिकल मेरिस्टेम, मीन्स सिखरी टिश्यूज, ठीक है। और सैकेंड असीं इहनूं कहंदे आ लेटरल मीन्स बगली। की आखदे आ? बगली टिश्यूज, ठीक है। तो इंग्लिश विच इहनूं किद्दां लिखोगे? लेटरल मेरिस्टेम, ठीक है जी। और थर्ड जो है वो की है बच्चे? वो होती है इंटरक्लेरी, ठीक है। किया इंटरक्लेरी, ENTERCALARY, इंटरक्लेरी मेरिस्टेम, ठीक है। सो 3 भाग हो गए। नोट करो बच्चों, एपिकल, लेटरल ते इंटरक्लेरी। इन्हों सारे बच्चे नोट करो।
ਸੋ ਪਿਆਰੇ ਵਿਦਿਆਰਥੀਓ, ਇਹਨਾਂ ਟਿਸ਼ੂਜ਼ ਦੀ ਡਿਟੇਲ ਅਸੀਂ ਹੁਣ ਨੈਕਸਟ ਕਲਾਸ ਦੇ ਵਿੱਚ ਕਰਾਂਗੇ, ਮਤਲਬ ਇਸ ਚੈਪਟਰ ਦੇ ਪਾਰਟ ਨੰਬਰ 2 ਜੋ ਅਸੀਂ ਟਿਸ਼ੂਜ਼ ਬਾਰੇ ਪੜ੍ਹਿਆ ਕਿ ਇਹ ਇੱਕ ਤਰ੍ਹਾਂ ਦੇ ਸੈੱਲਾਂ ਦੇ ਸਮੂਹ ਤੋਂ ਬਣਦੇ ਹਨ ਜੋ ਕਿ ਇੱਕ ਖਾਸ ਕੰਮ ਕਰਦੇ ਹਨ। ਮੀਨਸ ਟਿਸ਼ੂਜ਼ ਆਰ ਦੀ ਗਰੁੱਪ ਆਫ ਸਿਮਿਲਰ ਸੈਲਸ ਪਰਫਾਰਮ ਕਾਮਨ ਸਪੈਸ਼ਲਾਈਜ਼ਡ ਫੰਕਸ਼ਨ। ਫਰਦਰ ਅਸੀਂ ਟਿਸ਼ੂਜ਼ ਨੂੰ ਦੋ ਭਾਗਾਂ ਵਿੱਚ ਵੰਡਿਆ, ਪਲਾਂਟ ਟਿਸ਼ੂ ਅਤੇ ਐਨੀਮਲ ਟਿਸ਼ੂ। ਉਸ ਤੋਂ ਬਾਅਦ ਅਸੀਂ ਸੈੱਲਾਂ ਦੀ ਵੰਡ ਦੀ ਸਮਰੱਥਾ ਦੇ ਆਧਾਰ ਤੇ ਪੌਦਾ ਟਿਸ਼ੂਆਂ ਨੂੰ ਦੋ ਭਾਗਾਂ ਵਿੱਚ ਵੰਡਿਆ, ਮਰਿਸਟੇਮੈਟਿਕ ਮੀਨਸ ਅਸਥਾਈ ਟਿਸ਼ੂ ਤੇ ਪਰਮਾਨੈਂਟ ਟਿਸ਼ੂ ਮੀਨਸ ਸਥਾਈ ਟਿਸ਼ੂ। ਮਰਿਸਟੇਮੈਟਿਕ ਬਾਰੇ ਅਸੀਂ ਕੀ ਪੜਿਆ? ਜੀ ਹਾਂ, ਬਿਲਕੁਲ ਤੁਸੀਂ ਠੀਕ ਸੋਚਿਆ। ਇਹ ਉਹ ਟਿਸ਼ੂ ਹੁੰਦੇ ਹਨ ਜਿਹੜੇ ਟਿਸ਼ੂ ਮਲਟੀਪਲਾਈ ਹੋ ਕੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ। ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਇਹ ਉਹ ਟਿਸ਼ੂ ਹੁੰਦੇ ਹਨ ਜੋ ਮਲਟੀਪਲਾਈ ਹੋ ਕੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ। ਇਹ ਪੌਦਿਆਂ ਦੀ ਹਰੇਕ ਵਾਧੇ ਵਾਲੀ ਥਾਂ ਤੇ ਪਾਏ ਜਾਂਦੇ ਹਨ, ਜਿਵੇਂ ਕਿ ਜੜ੍ਹਾਂ, ਤਣੇ ਅਤੇ ਟਾਹਣੀਆਂ ਦੇ ਸਿਖਰ ਤੇ। ਫਰਦਰ ਇਹਨਾਂ ਪੌਦਿਆਂ ਵਿੱਚ ਇਹਨਾਂ ਟਿਸ਼ੂ ਦੀ ਥਾਂ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਤਿੰਨ ਪਾਰਟ ਵਿੱਚ ਵੰਡਿਆ ਸੀ, ਐਪੀਕਲ, ਲੇਟਰਲ ਅਤੇ ਇੰਟਰਕਲੇਰੀ। ਮੀਨਸ ਸਿਖਰੀ ਅਸਥਾਈ ਟਿਸ਼ੂ, ਬਗਲੀ ਅਸਥਾਈ ਟਿਸ਼ੂ ਅਤੇ ਅੰਤਰਵੇਸ਼ੀ ਅਸਥਾਈ ਟਿਸ਼ੂ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਟੌਪਿਕ ਸਮਝ ਆਇਆ ਹੋਵੇਗਾ। ਸੋ ਮੈਂ ਸੰਦੀਪ ਸਿੰਘ, ਸਾਇੰਸ ਮਾਸਟਰ, ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾਦਾਸ, ਡਿਸਟ੍ਰਿਕਟ ਹੁਸ਼ਿਆਰਪੁਰ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।